ਜੀ ਡਾਕਟਰ ਸਾਹਿਬ, ਅਸੀਂ ਹੁਣ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹ ਕੇ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਦੁਬਈ ਤੋਂ ਵੀਰ ਗੁਰਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਇਸ ਵੇਲੇ ਪੰਥ ਵਿੱਚ ਏਕਤਾ ਹੈ ਜਿਸ ਦੀ ਉਦਾਹਰਨ ਸਰਬੱਤ ਖਾਲਸਾ ਦਾ ਇਕੱਠ ਹੈ, ਪਰ ਵੱਖ-ਵੱਖ ਜਥੇਬੰਦੀਆਂ ਦੇ ਪੰਥਕ ਲੀਡਰ ਕੌਮ ਨੂੰ ਗੁੰਮਰਾਹ ਕਰ ਰਹੇ ਹਨ। ਅਕਾਲੀ ਦਲ ਅਤੇ ਉਸ ਦੇ ਲੀਡਰ ਖੁੱਲ੍ਹ ਕੇ ਪੰਥ ਨਾਲ ਗੱਦਾਰੀ ਕਰ ਰਹੇ ਹਨ ਅਤੇ ਉਹਨਾਂ ਦੀ ਭਾਈਵਾਲ ਪਾਰਟੀ ਬੀਜੇਪੀ ਕੱਟੜ ਹਿੰਦੂ ਜਥੇਬੰਦੀ ਹੈ ਅਤੇ ਕਾਂਗਰਸ ਸਿੱਖ ਵਿਰੋਧੀ ਹੈ, ਪਰ ਆਮ ਆਦਮੀ ਪਾਰਟੀ ਵੀ ਸਿੱਖ ਹਤੈਸ਼ੀ ਨਹੀਂ ਹੈ। ਇਸ ਪਾਰਟੀ ਦੇ ਮੈਂਬਰ ਵੀ RSS, ਸ਼ਿਵ ਸੈਨਾ, ਬਜਰੰਗ ਦਲ, ਗੁਰਮੀਤ ਰਾਮ ਰਹੀਮ ਦੇ ਈਸਾ, ਨਿਰੰਕਾਰੀ, ਨੂਰ ਮੈਲੀਏ, ਕਾਂਗਰਸੀ, ਬੀਜੇਪੀ, ਅਕਾਲੀ ਦਲ ਵਿੱਚੋਂ ਹੀ ਹਨ ਅਤੇ ਦਿੱਲੀ ਤੋਂ ਆਈਆਂ ਹੋਈਆਂ ਟੀਮਾਂ ਵੀ ਆਪਣੇ ਹਿੰਦੂ ਭਾਈਵਾਲ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਅਤੇ ਉਹਨਾਂ ਨੂੰ ਹੀ ਸੈਕਟਰ ਇੰਚਾਰਜ, ਸਰਕਲ ਇੰਚਾਰਜ ਅਤੇ ਬੂਥ ਇੰਚਾਰਜ ਲਗਾਉਂਦੇ ਹਨ ਅਤੇ ਜਿੱਥੇ ਸਿੱਖ ਅੰਮ੍ਰਿਤਧਾਰੀ ਨੌਜਵਾਨ ਸੈਕਟਰ, ਸਰਕਲ ਅਤੇ ਬੂਥ ਤੇ ਕੰਮ ਵੀ ਕਰਦੇ ਹਨ, ਉਹਨਾਂ ਨੂੰ ਜਾਣਬੁੱਝ ਕੇ ਪਾਰਟੀਆਂ ਦੀਆਂ ਗਤੀਵਿਧੀਆਂ ਤੋਂ ਦੂਰ ਰੱਖਿਆ ਜਾਂਦਾ ਹੈ। ਆਮ ਆਦਮੀ ਪਾਰਟੀ ਵਿੱਚ ਸਿੱਖ ਅੰਮ੍ਰਿਤਧਾਰੀ ਲੀਡਰ ਬਹੁਤ ਘੱਟ ਹਨ। ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਹਾਂ। ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਿੱਖ ਮੁੱਦਿਆਂ ਨੂੰ ਮੁੱਖ ਰੱਖ ਕੇ ਕੰਮ ਕਰੇਗੀ, ਪਰ ਹਾਂ, ਇਹ ਅਕਾਲੀ ਦਲ ਬਾਦਲ ਜਿਹੇ ਪੰਥ ਦੇ ਗੱਦਾਰਾਂ ਦਾ ਇੱਕ ਬਦਲ ਜ਼ਰੂਰ ਹੈ ਜੋ ਕੁਝ ਹੱਦ ਤੱਕ ਪੰਜਾਬ ਦੇ ਭਲੇ ਲਈ ਕੰਮ ਕਰੇਗੀ, ਜਿਸ ਨਾਲ ਕਿਸਾਨਾਂ ਦਾ ਭਲਾ ਹੋ ਸਕਦਾ ਹੈ, ਨਸ਼ਾਖੋਰੀ ਤੇ ਲਗਾਮ ਲੱਗੇਗੀ, ਰਿਸ਼ਵਤਖੋਰੀ ਘਟੇਗੀ, ਵਪਾਰਕ ਖੇਤਰ ਵਿੱਚ ਤਰੱਕੀ ਹੋਵੇਗੀ, ਨੌਜਵਾਨਾਂ ਲਈ ਰੋਜ਼ਗਾਰ ਦੇ ਵਸੀਲੇ ਉਤਪੰਨ ਹੋਣਗੇ, ਸਿਹਤ ਸੇਵਾਵਾਂ ਵਿੱਚ ਸੁਧਾਰ ਹੋਵੇਗਾ, ਵਿਦਿਅਕ ਖੇਤਰ ਵਿੱਚ ਵਿਦਿਆਰਥੀਆਂ ਦੀ ਹੋ ਰਹੀ ਲੁੱਟ ਘਟੇਗੀ। ਸਾਨੂੰ ਪੰਥਕ ਰੂਪ ਵਿੱਚ ਆਮ ਆਦਮੀ ਪਾਰਟੀ ਕੋਲ ਆਪਣੀਆਂ ਮੰਗਾਂ ਰੱਖਣੀਆਂ ਚਾਹੀਦੀਆਂ ਹਨ, ਜਿਸ ਵਿੱਚ ਸਿੱਖਾਂ ਲਈ ਪੰਜਾਬ ਰਾਜਨੀਤਿਕ ਸਾਂਝੇਦਾਰੀ, ਪੰਜਾਬ ਦੇ ਪਾਣੀਆਂ ਦਾ ਪੰਜਾਬ ਨੂੰ ਹੱਕ ਦਿਵਾਉਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣਾ, ਪੰਜਾਬ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾਉਣਾ, ਦੋਸ਼ੀ ਪਾਏ ਜਾਣ ਵਾਲੇ ਪੁਲਿਸ ਅਫਸਰਾਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕਣਾ, ਧਾਰਾ 25 ਵੀ ਖਤਮ ਕਰਵਾਉਣ ਲਈ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਵਾਉਣਾ, ਪੰਜਾਬ ਵਿੱਚ ਆਨੰਦ ਮੈਰਿਜ ਐਕਟ ਪਾਸ ਕਰਵਾਉਣਾ, ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਅਤੇ ਉਹਨਾਂ ਦੇ ਮੁੜ ਵਸੇਬੇ ਲਈ ਸਹਾਇਤਾ ਕਰਨਾ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਤੰਗੀ ਖਤਮ ਕਰਨ ਲਈ ਰੋਜ਼ਗਾਰ ਦੇਣਾ ਅਤੇ ਬੱਚਿਆਂ ਨੂੰ ਉਚੇਰੀ ਸਿੱਖਿਆ ਵਿੱਚ ਸਹਾਇਤਾ ਕਰਨਾ। ਅੱਜ ਦੇ ਸਮੇਂ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਮਿਲ ਕੇ ਵੀ ਚੋਣਾਂ ਲੜਨ ਫਿਰ ਵੀ ਨਹੀਂ ਜਿੱਤ ਸਕਦੀਆਂ, ਕਿਉਂਕਿ ਇੱਕ ਨਿਸ਼ਾਨੇ ਥੱਲੇ ਇਕੱਠੇ ਹੋ ਕੇ ਕੰਮ ਕਰਨਾ ਇਹਨਾਂ ਦੀ ਹਉਮੈ ਨੂੰ ਸੱਟ ਮਾਰਦਾ ਹੈ। ਇਹ ਇੱਕ ਦੂਜੀ ਧਿਰ ਨੂੰ ਨੀਵਾਂ ਦਿਖਾਉਣ ਲਈ ਵੀ ਲੱਗੇ ਹੋਏ ਹਨ, ਜਿਸ ਦਾ ਫਾਇਦਾ ਅਕਾਲੀ ਦਲ ਬਾਦਲ ਅਤੇ ਹਿੰਦੂ ਜਥੇਬੰਦੀਆਂ ਲੈ ਰਹੀਆਂ ਹਨ। ਪੰਥ ਨੂੰ ਸਰਬੱਤ ਖਾਲਸਾ ਬੁਲਾ ਕੇ ਪੁਰਾਣੇ ਸਿੱਖ ਲੀਡਰਾਂ ਨੂੰ ਸਨਮਾਨ ਸਹਿਤ ਵਿਦਾ ਕਰ ਦੇਣਾ ਚਾਹੀਦਾ ਹੈ ਅਤੇ ਪੰਥ ਦੀ ਵਾਗਡੋਰ ਨੌਜਵਾਨਾਂ ਦੇ ਮੋਢਿਆਂ ਤੇ ਧਰ ਕੇ ਨਵੇਂ ਲੀਡਰ ਪੈਦਾ ਕਰਨੇ ਚਾਹੀਦੇ ਹਨ। ਜੀ ਡਾਕਟਰ ਸਾਹਿਬ। ਵੀਰ ਗੁਰਜੀਤ ਸਿੰਘ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਦੁਬਈ ਤੋਂ ਲਿਖਿਆ ਜੀ। ਹਾਲਾਂਕਿ ਉਹ ਖੁਦ ਵੀ ਆਮ ਆਦਮੀ ਪਾਰਟੀ ਬਾਰੇ ਬਹੁਤੇ ਸਪਸ਼ਟ ਨਹੀਂ ਨੇ, ਪਰ ਉਹਨਾਂ ਨੇ ਕਨਕਲੂਜਨ ਦੇ ਵਿੱਚ 4-5 ਏਜੰਡੇ ਦਿੱਤੇ ਨੇ ਕਿ ਜਿਨ੍ਹਾਂ ਥੱਲੇ ਇਹ ਪਾਰਟੀ ਮਦਦਗਾਰ ਹੋ ਸਕਦੀ ਹੈ। ਹਾਲਾਂ ਉਹਨਾਂ ਨੇ ਵੀ ਕਿਹਾ ਕਿ ਵੀ ਸਿੱਖ ਨੌਜਵਾਨਾਂ ਨੂੰ ਦੂਰ ਰੱਖਿਆ ਹੋਇਆ ਔਰ ਨਰਕਧਾਰੀ, ਨੂਰ ਮਹਿਲੀਏ ਇਹ ਸਾਰੇ ਦਾ ਹਿੱਸਾ ਨੇ ਔਰ ਕਾਂਗਰਸ ਔਰ ਬੀਜੇਪੀ ਵਾਂਗ ਹੀ ਇਹਨਾਂ ਦਾ ਏਜੰਡਾ ਜੀ। ਮੈਂ ਸਮਝਦਾ ਹਾਂ ਵੀ ਸਾਡੇ ਲਈ ਆਮ ਆਦਮੀ ਪਾਰਟੀ ਕਾਂਗਰਸ ਜਾਂ ਬੀਜੇਪੀ ਨਾਲੋਂ ਕੋਈ ਵੱਖਰੀ ਸਾਬਤ ਨਹੀਂ ਹੋਏਗੀ। ਸਾਨੂੰ ਮੂਲ ਤੌਰ ਤੇ ਆਪਣੀ ਸ਼ਕਤੀ ਨੂੰ ਹੀ ਜਿਹੜਾ ਉਹ ਸੰਗਠਿਤ ਕਰਕੇ ਪੰਥਕ ਏਜੰਡੇ ਦੇ ਉੱਤੇ ਅੱਗੇ ਵਧਣਾ ਚਾਹੀਦਾ ਔਰ ਇਸ ਵਿਸ਼ੇ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਮੈਂ ਹੋਰ ਵੀ ਵੇਰਵੇ ਦੇ ਨਾਲ ਗੱਲਬਾਤ ਕਰਾਂਗਾ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਫਨੀ ਬॉय ਜੀ ਦੀ ਆਈਡੀ ਤੋਂ। ਇਹ ਲਿਖਦੇ ਹਨ, ਸਾਰੇ ਵੀਰਾਂ ਨੂੰ ਬਹੁਤ ਜ਼ਰੂਰੀ ਬੇਨਤੀ ਹੈ, ਸਾਡੇ ਧਰਮ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਹਿ ਲੋ ਜਾਂ ਡਾਕਾ ਪੈਣ ਵਾਲਾ ਹੈ। ਅਗਲੇ 2 ਦਿਨਾਂ 'ਚ ਇਸ ਬਾਰੇ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ। ਵਿਸਾਖੀ ਵਾਲੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਿਹੜਾ ਬਾਬਾ ਦੀਪ ਸਿੰਘ ਵਾਲਾ ਪੁਰਾਤਨ ਸਰੂਪ ਹੈ, ਉਸ ਨੂੰ ਸ਼੍ਰੋਮਣੀ ਕਮੇਟੀ ਦੇ ਲੀਡਰ RSS ਦੇ ਬੋਲਣ ਤੇ ਉਸ ਨੂੰ ਉੱਥੋਂ ਹਟਾ ਦਿੱਤਾ ਜਾਵੇਗਾ ਅਤੇ ਉਸ ਦੀ ਜਗ੍ਹਾ ਨਵਾਂ ਚਾਈਨਾ ਮੇਡ ਰੱਖ ਰਹੇ ਹਨ। ਪੁਰਾਣਾ ਸਰੂਪ ਸਾਡੇ ਕੋਲ ਰਾਮਮਾਲਾ ਵਾਲੇ ਮਸਲਿਆਂ ਦੇ ਸਬੰਧ 'ਚ ਵਡਮੁੱਲਾ ਖਜ਼ਾਨਾ ਹੈ ਜੋ 2 ਦਿਨ ਬਾਅਦ ਚੋਰੀ ਹੋਣ ਜਾ ਰਿਹਾ ਹੈ ਅਤੇ ਇਹ ਬਿਲਕੁਲ ਪੱਕੀ ਖਬਰ ਹੈ, ਕਿਸੇ ਨੂੰ ਪਤਾ ਲੱਗੇ ਨਾ ਲੱਗੇ। ਇਸ ਲਈ ਪਹਿਲਾਂ ਆਪ ਨਾਨਕ ਸ਼ਾਹ ਫਕੀਰ ਫਿਲਮ ਰਿਲੀਜ਼ ਕੀਤੀ ਅਤੇ ਹੁਣ ਵਿਰੋਧ ਵੀ ਕਰ ਰਹੇ ਹਨ।
ਸਾਡੇ ਲੋਕਾਂ ਦਾ ਅੰਨ੍ਹੇਵਾਹ ਦਿਮਾਗ ਇੱਧਰ ਲੱਗਿਆ ਪਿਆ ਹੈ ਅਤੇ ਉਧਰ ਡਾਕਾ ਪੈ ਚੱਲਿਆ ਹੈ। ਸੋ ਸਭ ਵੀਰਾਂ ਨੂੰ ਬੇਨਤੀ ਹੈ ਕਿ ਇਸ ਬਾਰੇ ਕੁਝ ਜ਼ਰੂਰ ਕੀਤਾ ਜਾਵੇ। ਇਹ ਖਬਰ 200% ਪੱਕੀ ਅਤੇ ਬਿਲਕੁਲ ਸਹੀ ਮਿਲੀ ਹੈ ਦਾਸ ਨੂੰ। ਸੋ ਸਭ ਪਾਸੇ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ। ਜੀ ਡਾਕਟਰ ਸਾਹਿਬ। ਫਨੀ ਬॉय ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਇਹਨਾਂ ਦੀ ਖਬਰ ਦਾ ਕੀ ਸੋਰਸ ਹੈ ਇਸ ਦੀ ਤਹਿ ਚ ਗਏ ਬਿਨਾ, ਕਿਉਂਕਿ ਮੈਨੂੰ ਲੱਗਾ ਵੀ ਜਿਸ ਅਰਜੈਂਸੀ ਨਾਲ, ਜਿਸ ਭਾਵਨਾ ਨਾਲ ਇਹਨਾਂ ਨੇ ਲਿਖਿਆ ਅਸੀਂ ਸ਼ੇਅਰ ਕਰੀਏ, ਸ਼ੇਅਰ ਕੀਤੇ ਜੀ। ਔਰ ਸੰਭਵ ਹੈ ਕਿਉਂਕਿ ਜਿਸ ਕਿਸਮ ਦਾ ਬਹੁਤ ਕੁਝ ਇਤਿਹਾਸ ਦਾ ਚੋਰੀ ਕਰਨਾ, ਉਸ ਨੂੰ ਪਿੱਛੇ ਸੁੱਟਣਾ, ਜਿਵੇਂ ਦਰਸ਼ਨੀ ਡੋੜੀ ਦੇ ਚਾਂਦੀ ਦੇ ਦਰਵਾਜ਼ੇ ਹੁਣ ਲਗਭਗ 2 ਸਾਲ ਹੋ ਗਏ ਨੇ ਰਿਪੇਅਰ ਦੇ ਨਾਂ ਥੱਲੇ ਕਿ ਜੀ ਅਸੀਂ ਸੰਤ ਕਸ਼ਮੀਰ ਸਿੰਘ ਭੂਰੀਵਾੜਿਆਂ ਨੂੰ ਸੇਵਾ ਦੇ ਦਿੱਤੀ, ਉਹਨੂੰ ਦੇ ਦਿੱਤੀ, ਇਹਨੂੰ ਦੇ ਦਿੱਤੀ, ਇਹਦੇ ਬਾਵਜੂਦ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਹੈ। ਔਰ ਜਿਵੇਂ ਈਵਨ ਦਰਬਾਰ ਸਾਹਿਬ ਦੀ ਬਿਊਟੀਫਿਕੇਸ਼ਨ ਦੇ ਨਾਂ ਥੱਲੇ ਜਿਵੇਂ ਬਾਹਰ ਉਹਨਾਂ ਨੇ ਜਿਹੜਾ ਪਲਾਜ਼ਾ ਬਣਾਇਆ ਔਰ ਉਹਦੇ ਥੱਲਿਓਂ ਜੇ ਕੁਝ ਨਿਕਲਿਆ ਛੋਟੀਆਂ ਇੱਟਾਂ ਵਾਲੀ ਕੰਸਟਰਕਸ਼ਨ, ਉਸ ਨੂੰ ਕਵਰ ਕਰ ਦਿੱਤਾ ਗਿਆ। ਔਰ ਹੋਰ ਬਹੁਤ ਕੁਝ ਪਿਛਲੀਆਂ ਬਰਸਾਤਾਂ ਦੇ ਵੇਲੇ ਜਿਵੇਂ ਅੰਦਰ ਪਾਣੀ ਆਇਆ ਔਰ 4 ਚਫੇਰਾ ਜਿਹੜਾ, ਔਰ ਇਸ ਦੇ ਨਾਲ ਹੀ ਈਵਨ ਅਜੇ ਤੱਕ ਜਿਹੜਾ ਹੈਰੀਟੇਜ ਸਟੇਟਸ ਦੀ ਗੱਲ ਹੈ UN ਦੇ ਥੱਲੇ, ਜਿਹੜਾ UNESCO ਦੇ ਥੱਲੇ, ਉਹ ਖਬਰਾਂ ਵੀ ਲਗਾਤਾਰ ਆ ਰਹੀਆਂ ਨੇ। ਉਹ ਕਹਿ ਰਹੇ ਨੇ ਨਹੀਂ ਉਹਨੂੰ ਕੀਤਾ ਜੇ, ਉਹ ਕਹਿੰਦੇ ਜੀ ਪੁਰਾਣਾ ਲਿਸਟਿੰਗ ਚ ਹੋਇਆ ਉਹਨੂੰ ਅਸੀਂ ਕਰ ਦਿੱਤਾ ਹੈ। ਪਿੱਛੇ ਇੱਕ ਫਿਰ ਖਬਰ ਆ ਗਈ ਸੀ ਕਿ ਜੀ ਉਹ ਫਿਰ ਲਿਸਟ ਦੇ ਵਿੱਚ ਹੈ। ਔਰ ਅਸੀਂ ਸਮਝਦੇ ਹਾਂ ਜਦੋਂ ਤੁਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ, ਅੱਜ ਦਾ ਗੋਲੀकांड ਦਾ ਅਸੀਂ ਜ਼ਿਕਰ ਕੀਤਾ ਹੈ ਔਰ ਜਿਵੇਂ ਇਹਨਾਂ ਨੇ ਕਿਹਾ ਕਿ ਜੇ ਉੱਥੋਂ ਸਰੂਪ ਜਿਹੜੇ ਨੇ ਹਟਾਏ ਜਾ, ਔਰ ਜਿਵੇਂ ਉਹਨਾਂ ਨੇ ਕਿਸੇ ਨੇ ਮੁੜ ਕੇ ਪੜਤਾਲ ਨਹੀਂ ਕੀਤੀ ਕਿ ਜੂਨ 84 ਜਿਹੜਾ ਤੋਸ਼ਾਖਾਨਾ ਜਿਸ ਨੂੰ ਲੁੱਟਿਆ ਗਿਆ, ਸਾੜਿਆ ਗਿਆ, ਜੋ ਵਾਪਸ ਰੱਖਿਆ ਗਿਆ ਇਹ ਕਹਿ ਕੇ ਕਿ ਜੀ ਇਹੀ ਸਟਫ ਹੈ, ਉਹ ਕਿਹੜਾ ਓਰੀਜਨਲ ਸੀ, ਓਰੀਜਨਲ ਕਿੱਥੇ ਗਿਆ। ਔਰ ਮੈਨੂੰ ਲੱਗਦਾ ਜਦੋਂ ਕਿਤੇ ਭਵਿੱਖ ਦੇ ਵਿੱਚ ਸਾਰੇ ਨੂੰ ਇਨਵੈਸਟੀਗੇਟ ਕੀਤਾ ਗਿਆ ਤਾਂ ਸਭ ਕੁਝ ਜਾਲੀ ਨਿਕਲੇਗਾ। ਔਰ ਅਸੀਂ ਇਹਨਾਂ ਦੀ ਫਨੀ ਬॉय ਜੀ ਦੀ ਇੱਛਾ ਦੇ ਮੁਤਾਬਕ ਇਸ ਇਨਫੋਰਮੇਸ਼ਨ ਨੂੰ ਸ਼ੇਅਰ ਕੀਤੇ। ਅਸੀਂ ਐਪਰੀਸ਼ੀਏਟ ਕਰਾਂਗੇ ਕਿ ਪੰਜਾਬ 'ਚ ਬੈਠੇ ਸਾਡੇ ਵੀਰ ਭੈਣਾਂ, ਖਾਸ ਤੌਰ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਢਾਂਚੇ ਤੋਂ ਵਾਕਿਫ ਨੇ, ਜੇ ਇਸ ਬਾਰੇ ਅੱਗੋਂ ਕੋਈ ਜਿਹੜੀ ਹੈ ਹੋਰ ਜਾਣਕਾਰੀ ਦੇ ਸਕਣ ਕਿ ਕੌਣ ਰਿਮੂਵ ਕਰ ਰਿਹਾ ਹੈ ਜਾਂ ਰਿਮੂਵ ਕਰਨ ਦਾ ਕਾਰਨ ਕੀ ਦਿੱਤਾ ਜਾ ਰਿਹਾ ਹੈ, ਕਿ ਉਹਨੂੰ ਬਿਰਧ ਸਰੂਪ ਕਹਿ ਕੇ ਪਾਸੇ ਰੱਖਿਆ ਜਾ ਰਿਹਾ ਹੈ, ਜਾਂ ਜਿਵੇਂ ਇਹਨਾਂ ਨੇ ਚਾਈਨਾ ਮੇਡ ਕਿਹਾ, ਇਹ ਕੀ ਹੈ ਕਿ ਚਾਈਨਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਛਪਦੇ ਨੇ। ਔਰ ਜੇ ਕਿਉਂਕਿ ਇੱਕ ਪਾਸੇ ਤਾਂ ਉਹਨਾਂ ਦੀਆਂ ਆਪਣੀਆਂ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਪ੍ਰੈਸਿਸ ਨੇ ਜਿਹੜੀਆਂ ਛਾਪਦੀਆਂ ਨੇ, ਸੋ ਅਸੀਂ ਐਪਰੀਸ਼ੀਏਟ ਕਰਾਂਗੇ ਜੇ ਇਸ ਨਾਲ ਸੰਬੰਧਿਤ ਹੋਰ ਜਿਹੜੀ ਜਾਣਕਾਰੀ ਸਾਨੂੰ ਵੇਰਵੇ ਸਹਿਤ ਹਾਸਲ ਹੋਏ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਵੀਰ ਗੁਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੁਸੀਂ ਕਿਸੇ ਹਿੰਦੂ ਕੋਲ ਪੁੱਛੋ ਕਿ ਹਿੰਦੂ ਸ਼ਬਦ ਦਾ ਜਨਮ ਕਿੱਥੋਂ ਹੋਇਆ, ਉਸ ਦਾ ਜਵਾਬ ਹੋਵੇਗਾ ਕਿ ਸਿੰਧ ਸਭਿਅਤਾ ਤੋਂ, ਜਿੱਥੋਂ ਸਿੰਧੂ ਬਣਿਆ ਅਤੇ ਫਿਰ ਹਿੰਦੂ, ਕਿਉਂਕਿ ਇਹ ਕਹਾਣੀ ਹਜ਼ਾਰਾਂ ਵਾਰ ਦੁਹਰਾਈ ਗਈ ਤੇ ਹੁਣ ਸੱਚ ਬਣ ਚੁੱਕੀ ਹੈ। ਹਾਲਾਂਕਿ ਜੇ ਉਹ ਸਿੱਧਾ ਪੁੱਛਿਆ ਜਾਵੇ ਤਾਂ ਪਤਾ ਨਹੀਂ ਉਹਨਾਂ ਦਾ ਕੀ ਜਵਾਬ ਹੋਵੇਗਾ। ਹਿੰਦੂ ਇਸ ਗਲਤੀ ਨੂੰ ਸੁਧਾਰ ਕੇ ਆਪਣੇ ਆਪ ਦੁਬਾਰਾ ਸਿੰਧੂ ਕਿਉਂ ਨਹੀਂ ਅਖਵਾਉਂਦੇ? ਪਹਿਲਾਂ ਵੀ ਕਈ ਪੁਰਾਣੇ ਸ਼ਹਿਰਾਂ ਦੇ ਨਾਮ ਇਹ ਬਦਲ ਚੁੱਕੇ ਹਨ। ਬੰਬੇ ਨੂੰ ਮੁੰਬਈ ਅਤੇ ਮਦਰਾਸ ਤੋਂ ਚੇਨਈ ਬਣਾ ਦਿੱਤਾ। ਇਤਿਹਾਸਕ ਤੱਥਾਂ ਨੂੰ ਤੋੜਨ ਮਰੋੜਨ ਵਿੱਚ ਬ੍ਰਾਹਮਣਾਂ ਨੂੰ ਮਹਾਰਤ ਹਾਸਲ ਹੈ ਅਤੇ ਸਿੱਖਾਂ ਨੂੰ ਉਹਨਾਂ ਦੀ ਨਕਲ ਨਹੀਂ ਕਰਨੀ ਚਾਹੀਦੀ। ਐਨੀ ਦਿਨੀ ਸੋਸ਼ਲ ਮੀਡੀਆ ਤੇ ਕਈ ਆਡੀਓਜ਼ ਪਾਈਆਂ ਜਾ ਰਹੀਆਂ ਹਨ ਤੇ ਇਹ ਗੱਲ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਕਿ ਸਿੱਖਾਂ ਦੇ 12 ਵਜਣ ਸੰਬੰਧੀ ਚੁਟਕਲੇ ਸਿੱਖਾਂ ਦੇ ਮਹਾਨ ਵਿਰਸੇ ਵਿੱਚੋਂ ਨਿਕਲੇ ਹਨ ਅਤੇ ਤੱਥਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ। ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਸਾਨੂੰ ਸਾਡੇ ਇਤਿਹਾਸ ਤੇ ਕਿੰਨਾ ਮਾਣ ਹੈ ਤੇ ਅਫਗਾਨ ਮੁਗਲ ਧਾੜਵੀਆਂ ਦੇ ਚੁੰਗਲ ਚੋਂ ਹਜ਼ਾਰਾਂ ਮਾਸੂਮ ਔਰਤਾਂ ਨੂੰ ਅਸੀਂ ਕਿਵੇਂ ਬਚਾਇਆ। ਪਰ ਇਸ ਨੂੰ 12 ਵਜਣ ਵਾਲੇ ਚੁਟਕਲਿਆਂ ਨਾਲ ਜੋੜਨਾ ਬ੍ਰਾਹਮਣਵਾਦ ਦੇ ਉਸੇ ਰਸਤੇ ਤੇ ਚੱਲਣਾ ਜਾਪਦਾ ਹੈ। ਇਸ ਥਿਊਰੀ ਤੇ ਮੇਰਾ ਸਿਰਫ ਇੱਕ ਸਵਾਲ ਹੈ ਕਿ ਇਸ ਗੱਲ ਦਾ ਕੋਈ ਇਤਿਹਾਸਕ ਪ੍ਰਮਾਣ ਹੈ ਕਿ ਭਾਰਤ ਦੀ ਧਰਤੀ ਤੇ ਅਬਦਾਲੀ ਦੇ ਹਮਲਿਆਂ ਦੌਰਾਨ 12 ਵਜੇ ਹਮਲਾ ਕੀਤਾ ਜਾਂਦਾ ਸੀ। ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਲੋਕ ਕਹਿੰਦੇ ਹੋਣਗੇ ਕਿ ਸਿੱਖਾਂ ਦੇ 12 ਵਜ ਗਏ। ਇਹ ਗੱਲ ਸਿੱਖਾਂ ਦਾ ਮਜ਼ਾਕ ਬਣਾਉਣ ਲਈ ਸਿੱਖਾਂ ਤੋਂ ਖਾਰ ਖਾਂਦੇ ਲੋਕਾਂ ਵੱਲੋਂ ਬਣਾਈ ਗਈ ਹੈ। ਸਾਨੂੰ ਇਸ ਦਾ ਸਾਹਮਣਾ ਕਰਨਾ ਚਾਹੀਦਾ ਹੈ। ਪਿਛਲੇ ਦਿਨੀ ਸਿੱਖ ਚੁਟਕਲਿਆਂ ਤੇ ਬੈਨ ਲਗਾਉਣ ਲਈ ਸੁਪਰੀਮ ਕੋਰਟ 'ਚ ਪਾਈ ਗਈ ਪਟੀਸ਼ਨ ਸਹੀ ਦਿਸ਼ਾ ਵੱਲ ਇੱਕ ਕਦਮ ਹੈ।
ਪਰ ਹੁਣ ਜੇ ਕੋਈ ਇਸ ਨੂੰ ਜਸਟੀਫਾਈ ਕਰੇ ਕਿ ਇਹ ਤਾਂ ਸਿੱਖਾਂ ਦੇ ਸਨਮਾਨ ਵਾਲੀ ਹੈ, ਅਸਲ 'ਚ ਤੇ ਸਿੱਖ ਕੁਰਬਾਨੀਆਂ ਦੀ ਯਾਦ ਕਰਵਾਉਂਦੀ ਹੈ ਇਹ ਗੱਲ, ਤੇ ਇਹਨਾਂ ਚੁਟਕਲਿਆਂ ਤੇ ਬੈਨ ਨਹੀਂ ਲੱਗਣਾ ਚਾਹੀਦਾ। ਫਿਰ ਇਸ ਸਪਸ਼ਟੀਕਰਨ ਤੇ ਸਾਡਾ ਕੀ ਸਟੈਂਡ ਹੋਵੇਗਾ? ਜੀ ਡਾਕਟਰ ਸਾਹਿਬ। ਵੀਰ ਗੁਰਪ੍ਰੀਤ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ, ਕਿਉਂਕਿ ਪਿਛਲੇ ਦਿਨਾਂ 'ਚ ਇੱਕ ਪੈਟੀਸ਼ਨ ਜਿਹੜੀ ਸ਼ਾਇਦ ਸੁਪਰੀਮ ਕੋਰਟ ਦੀ ਬੀਬੀ ਚੌਧਰੀ, ਸਿੱਖ ਔਰਤ ਅਟਰਨੀ ਹੈ, ਉਹਨੇ ਪਾਈ, ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਮਦਦ ਤੇ ਆਈ, ਬੜੀ ਵਾਈਡਰ ਪੈਟੀਸ਼ਨ ਕਿ ਸੈਂਕੜਿਆਂ ਦੀ ਗਿਣਤੀ 'ਚ ਇਸ ਕਿਸਮ ਦੇ ਵੈਬਸਾਈਟ ਨੇ ਜਿੱਥੇ ਸਿੱਖਾਂ ਬਾਰੇ ਉਹਨਾਂ ਦਾ ਮਜ਼ਾਕ ਬਣਾਉਂਦੇ ਚੁਟਕਲੇ ਨੇ ਜੀ, ਔਰ ਉਹਨੂੰ ਹੀ ਆਧਾਰ ਬਣਾ ਕੇ ਇਹਨਾਂ ਨੇ ਇਸ ਸਾਰੀ ਲਿਖਤ ਨੂੰ ਲਿਖਿਆ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਬਿਲਕੁਲ ਠੀਕ ਐਨਾਲਿਸਿਸ ਕੀਤਾ ਕਿ ਵੀ ਇਹਨਾਂ ਨੂੰ ਫੈਕਟਸ ਨੂੰ ਪਲਟਣ ਦੀ ਜਾਂਚ ਹੈ। ਉਹੀ ਮਹਾਸ਼ਾ ਕ੍ਰਿਸ਼ਨ ਜਾਂ ਉਸ ਤੋਂ ਪਹਿਲਾਂ ਸਵਾਮੀ ਦਿਆਨੰਦ ਇਸ ਲਈ ਆਰੀਆ ਸ਼ਬਦ ਇਸਤੇਮਾਲ ਕਰ ਰਹੇ ਸੀ ਕਿ ਜੀ ਹਿੰਦੂ ਦਾ ਮਤਲਬ ਚੋਰ ਹੁੰਦਾ ਹੈ ਔਰ ਆਪਣੇ ਆਪ ਨੂੰ ਆਰੀਆ ਕਹੋ। ਜੀ, ਪਰ ਜਦੋਂ ਉਹਨਾਂ ਦਾ ਅਸਰ ਨਹੀਂ ਚੱਲਿਆ ਜਾਂ ਹਿੰਦੂ ਸ਼ਬਦ ਵਰਤੋਂ ਦੇ ਵਿੱਚ ਰਿਹਾ, ਫਿਰ ਇਹਨਾਂ ਨੇ ਆਰਗੂਮੈਂਟ ਇਹ ਬਣਾ ਲਿਆ ਕਿ ਜੀ ਹਿੰਦੂ ਤਾਂ ਕਿਉਂਕਿ ਗ੍ਰੀਕਸ ਜਿਹੜੇ ਨੇ ਉਹ ਐਚ ਬੋਲ ਨਹੀਂ ਸੀ ਸਕਦੇ ਤੇ ਉਹਨੂੰ ਸਿੰਧੂ ਨੂੰ ਜਿਹੜਾ ਉਹ ਐਸ ਦੀ ਥਾਂ ਤੇ ਹਿੰਦੂ ਕਹਿੰਦੇ ਸੀ, ਇਸ ਲਈ ਤਾਂ ਉਹਨਾਂ ਨੇ ਠੀਕ ਕਿਹਾ। ਉਹਨੇ ਕਿਹਾ ਜੀ ਜੇ ਮੁੰਬਈ, ਚੇਨਈ ਇਹ ਤੁਸੀਂ ਕਰੈਕਟ ਕੀਤਾ ਨੇ, ਫਿਰ ਹਿੰਦੂ ਨੂੰ ਵੀ ਕਰੈਕਟ ਕਰ ਲਓ। ਹੁਣ ਤਾਂ ਕੋਈ ਗ੍ਰੀਕਸ ਨਹੀਂ ਬੋਲਣਾ ਹੈ ਹਿੰਦੂ, ਤਾਂ ਤੁਸੀਂ ਬੋਲਣਾ ਜੀ। ਉਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਿੰਦੂ ਸ਼ਬਦ ਨਾ ਵੇਦਾਂ 'ਚ ਹੈ, ਨਾ ਸ਼ਾਸਤਰਾਂ 'ਚ ਹੈ, ਨਾ ਸਿਮਰਤੀਆਂ 'ਚ ਹੈ। ਪੁਰਾਣ ਜਿਹੜੇ ਨੇ ਉਹ ਬਾਅਦ ਦੇ ਵਿੱਚ ਚੱਲੇ ਨੇ, ਉਹਨਾਂ ਦੇ ਵਿੱਚ ਜਿਹੜਾ ਉਹ ਹੈ, ਲੇਕਿਨ ਜਿਹੜਾ ਮੂਲ ਹਿੰਦੂ ਥਾਟ ਹੈ ਵੇਦਾਂ ਦਾ, ਉਸ ਦੇ ਵਿੱਚ ਹਿੰਦੂ ਸ਼ਬਦ ਨਹੀਂ। ਪਰ ਜਿਹੜਾ ਇਹਨਾਂ ਦਾ ਫੋਕਸ ਸਿੱਖ ਚੁਟਕਲਿਆਂ ਦੇ ਉੱਤੇ ਹੈ, ਔਰ ਇੱਕ ਸਵਾਲ ਜਿਹੜਾ ਇਹਨਾਂ ਨੇ ਇਹਦੇ 'ਚ ਵੀ ਪੁੱਛਿਆ ਔਰ ਚਰਚਾ 'ਚ ਵੀ ਹੈ ਕਿ ਭਈ ਇਹ ਜਿਹੜਾ ਸਿੱਖਾਂ ਦੇ 12 ਵੱਜ ਗਏ ਦੀ ਗੱਲ, ਜਿਹੜਾ ਅਕਸਰ ਸਕੂਲਾਂ ਦੇ ਵਿੱਚ ਵੀ ਸਾਡੇ ਵਿਦਿਆਰਥੀ ਅਸੀਂ ਵੀ ਫੇਸ ਕਰਦੇ ਰਹੇ ਜੀ, ਇਸ ਦੇ ਪਿਛੋਕੜ 'ਚ ਅਕਸਰ ਇਹ ਕਿਹਾ ਜਾਂਦਾ ਹੈ, ਦਲੀਲ ਦਿੱਤੀ ਜਾਂਦੀ ਹੈ ਸਿੱਖਾਂ ਵੱਲੋਂ ਕਿ ਕਿਉਂਕਿ ਮੁਗਲ ਔਰ ਅਫਗਾਨ ਜਿਹੜੇ ਹਮਲਾਵਰ ਸਨ, ਲੁੱਟ ਕੇ ਜਦੋਂ ਵਾਪਸ ਮੁੜਦੇ ਸੀ ਤੇ ਮਿਡਨਾਈਟ, ਰਾਤ ਦੇ 12 ਵਜੇ ਜਿਹੜਾ ਉਹ ਧਾਵਾ ਬੋਲਦੇ ਸੀ, ਔਰ ਇਸ ਲਈ ਜਦੋਂ ਸਿੱਖਾਂ ਦੇ 12 ਵਜੇ ਕਿਹਾ ਜਾਂਦਾ ਸੀ, ਇਨਫੈਕਟ ਇਹ ਸੀ ਕਿ ਭਾਈ ਹੁਣ ਸਿੱਖ ਯੋਧੇ ਜਿਹੜੇ ਨੇ ਉਹ ਅਟੈਕ ਕਰਨਗੇ। ਕੁਝ ਫਿਲਮਾਂ ਦੇ ਵਿੱਚ ਵੀ ਪੰਜਾਬੀ ਦੀਆਂ 'ਚ ਇਸ ਗੱਲ ਦੀ ਇਹੀ ਜਸਟੀਫਿਕੇਸ਼ਨ ਦਿੱਤੀ ਗਈ ਜੀ। ਇੱਕ ਇਹਦੇ 'ਚ ਇਹਨਾਂ ਨੇ ਸ਼ਾਇਦ ਪੰਜਾਬੀ ਟਰਾਂਸਲੇਸ਼ਨ 'ਚ ਇਹਨਾਂ ਨੇ ਮਿਸ ਕੀਤਾ, ਉਹਦੇ 'ਚ ਇਹਨਾਂ ਨੇ ਸ਼ਾਇਦ ਇਹ ਪੁੱਛਿਆ ਕਿ ਵੀ ਪੁਰਾਣੇ ਵੇਲੇ 'ਚ ਜਿਹੜੀ ਡਿਵੀਜ਼ਨ ਹੈ ਉਹ ਤਾਂ ਪਹਿਰਾਂ ਦੇ ਵਿੱਚ ਸੀ। ਅਸੀਂ ਜਦੋਂ 4 ਪਹਿਰ ਦਿਨ ਤੇ 4 ਪਹਿਰ ਰਾਤ ਕਹਿੰਦੇ ਹਾਂ ਤੇ 3 ਘੰਟੇ ਦਾ ਇੱਕ ਪਹਿਰ ਹੁੰਦਾ, ਔਰ ਕੀ ਜਿਹੜੇ ਗਿਣਤੀ ਵਾਲੇ ਆਵਰਸ ਨੇ 1 ਵੱਜ ਗਿਆ, 2 ਵੱਜ ਗਿਆ, ਇਹ ਤਾਂ ਵੀ ਸ਼ਾਇਦ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੋਏ ਹੋਣ। ਦੇਖੋ ਔਰ ਉਹਨੂੰ ਹੀ ਉਹਨਾਂ ਨੇ ਮੁੜਾ ਕੇ ਕਿਹਾ ਵੀ ਇਹ ਫਿਰ ਗੱਲ ਬਾਅਦ ਦੇ ਵਿੱਚ ਆਈ ਲੱਗਦੀ ਹੈ, ਜਿਹੜੀ ਕਿ ਸਿੱਖਾਂ ਦਾ ਮਜ਼ਾਕ ਬਣਾਉਣ ਲਈ ਬਣਾਈ ਗਈ। ਇਹਦਾ ਸ਼ਾਇਦ ਉਸ ਗੱਲ ਨਾਲ ਕੋਈ ਸੰਬੰਧ ਨਾ ਹੋਏ ਜੀ। ਦੇਖੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੇ ਤੁਸੀਂ ਇਹ 12 ਵਜੇ ਵਾਲੀ ਗੱਲ ਪਾਸੇ ਵੀ ਕਰ ਲਓ, ਸਿੱਖਾਂ ਨੇ ਉਸ ਧਰਤੀ ਦੀ ਇੱਜ਼ਤ ਨੂੰ, ਅਜ਼ਮਤ ਨੂੰ, ਬੱਚੀਆਂ ਨੂੰ, ਉਹ ਭਾਵੇਂ ਹਜ਼ਾਰਾਂ ਮਰਾਠਾ ਬੱਚੀਆਂ ਸੀ, ਪਾਣੀਪਤ ਦੀ ਲੜਾਈ ਤੋਂ ਬਾਅਦ ਅਬਦਾਲੀ ਲਿਜਾ ਰਿਹਾ ਸੀ, ਜਾਂ ਲਗਾਤਾਰ 17 ਵਾਰ ਅਬਦਾਲੀ ਦੇ ਹਮਲੇ, ਨਾਦਰ ਸ਼ਾਹ ਦਾ ਹਮਲਾ, ਔਰ ਕੋਈ ਵੀ ਉੱਥੋਂ ਆ ਜਿਹੜੀ ਗੱਡਰੀ ਹੈ 500-700 ਭੇਡਾਂ ਚਾਰਨ ਵਾਲੇ ਇਕੱਠੇ ਕਰਦਾ ਸੀ, ਆ ਕੇ ਲੁੱਟ ਕੇ ਲੈ ਜਾਂਦਾ ਸੀ, ਔਰ ਔਰਤ ਲੁੱਟ ਦਾ ਮਾਲ ਸੀ। ਔਰ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ, ਹੁਣ ਬਸਰਾ, ਬਗਦਾਦ, ਗਜ਼ਨੀ ਇਹ ਉਹ ਮਾਰਕੀਟ ਸਨ ਜਿੱਥੇ ਸਲੇਵ ਵਿਕਦੇ ਸੀ, ਜਿੱਥੇ ਨਿਲਾਮੀ ਹੁੰਦੀ ਸੀ, ਔਰਤਾਂ ਹੋਣ ਜਾਂ ਸੋਹਣੇ ਮੁੰਡੇ ਜਿਹੜੇ ਚੁੱਕ ਕੇ ਲਿਜਾਂਦੇ ਸੀ, ਇਹ ਉਸ ਪਾਰਟ ਦਾ ਹਿੱਸਾ ਸੀ ਲੁੱਟ ਦਾ। ਹੁਣ ਜ਼ਾਹਰ ਹੈ ਕਿ ਵੈਦਰ ਹਮਲਾ ਉਹ 12:01 ਤੇ ਕਰਦੇ ਸੀ ਕਿ 11:59 ਤੇ ਕਰਦੇ ਸੀ, ਇਹ ਅਹਿਮੀਅਤ ਨਹੀਂ ਰੱਖਦਾ। ਇਹ ਜਦੋਂ ਸਾਡੇ ਕੋਲ ਨੰਬਰ ਨਹੀਂ ਸੀ, ਜਿਹੜੀ ਸਾਡੀ ਗੁਰਿਲਾ ਸਟ੍ਰੈਟਜੀ ਹੈ, ਗੁਰਿਲਾ ਵਾਰਫੇਅਰ ਹੈ, ਔਰ ਉਹਦੇ 'ਚ ਇੱਕ ਸ਼ਬਦ ਹੋਰ ਅਕਸਰ ਮੈਂ ਹੁਣ ਤਾਂ ਉਹ ਸ਼ਬਦ ਵੀ ਗਾਇਬ ਹੋ ਗਿਆ, ਸਾਡੇ ਪੁਰਾਣੀ ਪੀੜ੍ਹੀ ਤੋਂ ਅਸੀਂ ਸੁਣਦੇ ਸੀ ਜੀ ਲੜਾਈ ਕੀ ਹੁੰਦੀ ਹੈ, ਲੜਾਈ ਦੇ ਤਾਂ 2.5 ਫੱਟ ਹੁੰਦੇ ਨੇ ਜੀ। ਹੁਣ ਇਹ ਲੜਾਈ ਦੇ 2.5 ਫੱਟ ਦੀ ਜਿਹੜੀ ਗੱਲ ਹੈ, ਗੁਰਿਲਾ ਵਾਰਫੇਅਰ ਦਾ ਜਿਹੜਾ ਇੱਕ ਖਾਸ ਟੈਕਟਿਕ ਹੈ, ਸਿੱਖਾਂ ਨੇ ਇਜਾਦ ਕੀਤਾ। ਹੁਣ 2.5 ਫੱਟ ਇਹ ਸੀ
ਕਿ ਇੰਨੀ ਤੇਜ਼ੀ ਨਾਲ ਧਾ ਕੇ ਤੁਸੀਂ ਦੁਸ਼ਮਣ ਦੇ ਦਲ 'ਚ ਜਾਓ। ਉਹ ਇੱਕ ਫੱਟ ਹੈ, ਐਕਸ਼ਨ ਤੁਹਾਡਾ ਉਹ ਅੱਧਾ ਫੱਟ ਹੈ, ਤੇ ਖਾਲਸਾ ਜੀ ਹਰਨ ਇਹ ਤੁਹਾਡਾ ਅਗਲਾ ਫੱਟ। ਸੋ 2.5 ਫੱਟ ਦਾ ਮਤਲਬ ਹੈ ਕਿ ਵਿਦ ਇਨ ਨੋ ਟਾਈਮ ਅਟੈਕ, ਐਕਸ਼ਨ, ਗੋ ਬੈਕ। ਹਾਂ। ਸੋ ਇਹ ਜਿਹੜੀ 2.5 ਫੱਟ ਦੀ ਸਟ੍ਰੈਟਜੀ ਹੈ, ਔਰ ਜ਼ਾਹਰ ਹੈ ਕਿ ਜੇ ਤੁਸੀਂ ਟਾਈਮਿੰਗ ਵੀ ਉਹ ਚੁਣਦੇ ਹੋ, ਇੱਕ ਪਾਸੇ ਦੁਸ਼ਮਣ ਫੌਜ ਹੈ ਜਿਨ੍ਹਾਂ ਦੇ ਕੋਲ ਤੋਪਖਾਨੇ ਨੇ, ਬੰਦੂਕਾਂ ਨੇ, ਨੰਬਰ ਉਹਨਾਂ ਦਾ ਬਹੁਤ ਜ਼ਿਆਦਾ ਹੈ, ਵਧੀਆ ਅਰਬੀ ਘੋੜੇ ਨੇ, ਅਰਬੀ ਨਸਲ ਦੇ, ਜੀ ਤੁਹਾਡੇ ਕੋਲ ਸਾਧਨ ਨਹੀਂ ਨੇ। ਸੋ ਤੁਸੀਂ ਕੀ ਕਰੋਗੇ? ਤੁਸੀਂ ਉਹ ਟਾਈਮਿੰਗ ਚੁਣੋਗੇ ਜਿਹਦੇ 'ਚ ਦੁਸ਼ਮਣ ਥੱਕਿਆ ਹੋਇਆ ਹਨੇਰੇ ਦੇ ਵਿੱਚ, ਔਰ ਫਿਰ ਕਿਉਂਕਿ ਸਿੱਖਾਂ ਦਾ ਨੰਬਰ ਘੱਟ ਹੁੰਦਾ ਸੀ, ਅਟੈਕ ਕਰਨ ਵਾਲਿਆਂ ਦਾ ਉਹਨਾਂ ਦੀ ਸਟ੍ਰੈਟਜੀ ਸੀ ਕਿ ਕਿੱਥੋਂ ਜਿਹੜਾ ਉਹਨਾਂ ਨੇ ਉਹਨਾਂ ਤੇ ਅਟੈਕ ਕਰਨਾ ਹੈ ਦੁਸ਼ਮਣ ਤੇ। ਔਰ ਇੱਕ ਗੱਲ ਜਿਹੜੀ ਕਾਜ਼ੀ ਨੂਰਦੀਨ ਨੇ ਵੀ ਕਹੀ, ਇੱਕ ਸਿੱਖਾਂ ਦੀ ਸਟ੍ਰੈਟਜੀ ਸੀ ਕਿ ਜਦੋਂ ਅਟੈਕ ਕਰਦੇ ਸੀ 2.5 ਫੱਟ ਅੱਧਾ ਫੱਟ ਕਰਕੇ, ਤੇ ਫਿਰ ਦੁਸ਼ਮਣ ਉਹਦੇ ਪਿੱਛੇ ਭੱਜ ਪੈਂਦੇ ਸੀ। ਪਰ ਉਹ ਨੂਰ ਮੁਹੰਮਦ ਲਿਖਦਾ ਹੈ ਨੂਰਦੀਨ ਕਿ ਕਹਿੰਦੇ ਵੀ ਜਦੋਂ ਸਿੱਖ ਭੱਜੇ ਨੇ ਕਦੇ ਇਹਨਾਂ ਦੇ ਪਿੱਛੇ ਨਾ ਜਾਓ। ਉਹ ਐਕਚੁਅਲੀ ਭੱਜੇ ਨਹੀਂ ਹੁੰਦੇ, ਉਹਨਾਂ ਦੀ ਸਟ੍ਰੈਟਜੀ ਹੁੰਦੀ ਹੈ ਪਿੱਛੇ ਲਾ ਲੈਂਦੇ ਨੇ, ਫਿਰ ਘੇਰ ਕੇ ਮਾਰਦੇ ਨੇ, ਫਿਰ ਉਹ ਰੁਕ ਜਾਂਦੇ ਨੇ ਅੱਗੇ ਜਾ ਕੇ, ਫਿਰ ਵਾਪਸ ਮੁੜਦੇ ਨੇ, ਔਰ ਦੁਸ਼ਮਣ ਨੂੰ ਜਿਹੜਾ ਉਹ ਫਿਰ ਜਿਹੜਾ ਉਹਦਾ ਵੱਧ ਤੋਂ ਵੱਧ ਨੁਕਸਾਨ ਕਰਦੇ ਨੇ। ਫਿਰ ਇਕੱਲਾ ਇਹੀ ਨਹੀਂ ਸੀ ਹੁੰਦਾ ਜਿਹੜਾ ਉਹਨਾਂ ਦਾ ਅਟੈਕ ਕਰਨ ਦਾ ਉਹ ਫਰੰਟ ਨਹੀਂ, ਜਦੋਂ ਕੋਈ ਵੀ ਕਾਫਲਾ ਤੁਰਦਾ ਸੀ, ਕਿਉਂਕਿ ਹੁਣ ਅੱਜ ਵਾਂਗ ਕੋਈ ਜੀਪਾਂ, ਗੱਡੀਆਂ ਜਾਂ ਵੱਡੀਆਂ ਹੈਵੀ ਟਰੱਕ ਨਹੀਂ ਸੀ ਜਿਨ੍ਹਾਂ 'ਚ ਤੁਸੀਂ ਸਮਾਨ ਲੱਦਿਆ ਹੋਇਆ, ਗੱਡੇ ਸੀ ਜੀ ਜਾਂ ਦੂਸਰਾ। ਸੋ ਉਹਦੇ 'ਚ ਤੁਹਾਡੀ ਫਰੰਟ ਜਾਂ ਜਿਹੜਾ ਵੈਨਗਾਰਡ ਹੈ, ਤੁਹਾਡੇ ਸਿਕਿਉਰਿਟੀ ਲੋਕ ਨੇ, ਔਰ ਤੁਸੀਂ ਉਹ ਸਿਕਿਉਰਿਟੀ ਅਗਲੇ ਫਰੰਟ ਕਾਫਲੇ ਤੇ ਸਭ ਤੋਂ ਜ਼ਿਆਦਾ ਹੁੰਦੀ ਹੈ, ਫਿਰ ਘਟਦੀ ਜਾਂਦੀ ਹੈ, ਥਿਨ ਹੁੰਦੀ ਹੈ, ਰੀਅਰ ਐਂਡ ਤੇ ਘਟ ਜਾਂਦੀ ਹੈ। ਤੋ ਸਿੱਖਾਂ ਦਾ ਅਟੈਕ ਜਿਹੜਾ ਉਹ ਰੀਅਰ ਐਂਡ ਤੇ ਹੁੰਦਾ ਸੀ, ਔਰ ਰੀਅਰ ਐਂਡ ਦੇ ਉੱਤੇ ਹੀ ਜਿਹੜਾ ਇਸ ਕਿਸਮ ਦਾ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਜਾਂ ਦੂਜੀਆਂ ਸੋਨਾ ਚਾਂਦੀ ਜੋ ਲੁੱਟ ਕੇ ਲਿਜਾਂਦੇ ਹੋਣਗੇ ਉਹ ਫਰੰਟ ਤੇ ਹੁੰਦਾ ਹੋਏਗਾ। ਪਰ ਫਰੰਟ ਤੇ ਕਿਉਂਕਿ ਗਾਰਡ ਜ਼ਿਆਦਾ ਸੀ, ਅਟੈਕ ਕਰੋਗੇ ਤੁਹਾਡਾ ਵੀ ਜਾਨੀ ਨੁਕਸਾਨ ਜ਼ਿਆਦਾ ਹੋਏਗਾ। ਸੋ ਜਿਹੜਾ ਇਸ ਕਿਸਮ ਦੀਆਂ ਬੱਚੀਆਂ ਜਾਂ ਦੂਸਰੇ ਜਿਹੜੇ ਨੇ ਉਹ ਤਾਂ ਬਾਹਰ ਨੂੜ ਕੇ ਉਹਨਾਂ ਨੂੰ ਰੱਖਿਆ ਹੁੰਦਾ ਸੀ। ਸੋ ਉਹਨਾਂ ਦਾ ਅਟੈਕ ਵੀ ਰੇਅਰ ਤੇ ਹੁੰਦਾ ਸੀ, ਸਟ੍ਰੈਟਜੀ ਵੀ 2.5 ਫੱਟ ਸੀ, ਟਾਈਮਿੰਗ ਵੀ ਮਿਡਲ ਆਫ ਦਾ ਨਾਈਟ ਸੀ। ਸੋ ਇਹ ਤਾਂ ਪਾਰਟ ਹੈ ਇਸ ਨੂੰ, ਔਰ ਇਹ ਜਿਹੜਾ ਲੜਾਈ ਦੇ 2.5 ਫੱਟ ਦੇ ਥੱਲੇ ਔਰ ਮਿਡਨਾਈਟ ਅਟੈਕ। ਸੋ ਜ਼ਾਹਰ ਹੈ ਕਿ ਇਹ ਹੋ ਸਕਦਾ ਹੈ ਕਿ ਇਹ ਜਿਹੜਾ 12 ਵਜੇ ਵਾਲਾ ਪਾਰਟ ਘੜਿਆ ਗਿਆ ਜਾਂ ਕਿਸੇ ਹੋਰ ਨੇ ਇਸ ਨੂੰ ਅੰਗਰੇਜ਼ਾਂ ਦੇ ਨਾਲ ਜੋੜ ਕੇ ਕਿਹਾ। ਮੇਰਾ ਖਿਆਲ ਹੈ ਵੀ ਜਿਹੜਾ ਕ੍ਰਿਕਟਰ ਹੈ ਹਰਭਜਨ ਜੀ, ਉਹਨੇ ਕਿਤੇ ਉਹਦੀ ਕਿਉਂਕਿ ਉਹਨੇ ਵੀ ਉਸ ਪੈਟੀਸ਼ਨ ਨੂੰ ਸਪੋਰਟ ਕੀਤਾ ਹੈ ਜਿਹੜੀ ਕਿ ਸੁਪਰੀਮ ਕੋਰਟ 'ਚੋਂ ਪਾਬੰਦੀ ਲਾਉਣ ਦੀ ਹੈ ਕਿ ਸਿੱਖਾਂ ਦੇ ਜੋਕ ਬਣਾਉਣ ਵਾਲੇ ਵੈਬਸਾਈਟਸ ਤੇ ਪਾਬੰਦੀ ਲਾਓ। ਤੇ ਉਹਨੇ ਅੰਗਰੇਜ਼ਾਂ ਦੇ ਖਾਤੇ 'ਚ ਪਾਇਆ ਕਿ ਅੰਗਰੇਜ਼ਾਂ ਨੇ ਸਾਡਾ ਰਾਜ ਖੋਹ ਲਿਆ, ਔਰ ਦੂਜਾ ਔਰ ਉਹਨਾਂ ਨੇ ਇਸ ਨੂੰ ਪ੍ਰਚਲਿਤ ਕੀਤਾ। ਮੈਂ ਸਮਝਦਾ ਗੱਲ ਕਿਹਨੇ ਕੀਤਾ ਜਾਂ ਕਿਹਦਾ ਕੀ ਜੋਕ ਬਣਿਆ, ਮੈਨੂੰ ਯਾਦ ਹੈ ਕਿਤੇ ਮੈਂ ਇਹ ਪੜ੍ਹਿਆ ਪਾਕਿਸਤਾਨ ਦੇ ਹਵਾਲੇ ਨਾਲ ਕਿ ਫਲਸਤੀਨੀਆਂ ਦਾ ਸ਼ਾਇਦ ਅਰਾਫਾਤ ਜਾਂ ਕੋਈ ਆਗੂ ਪਾਕਿਸਤਾਨ 'ਚ ਆਇਆ ਤੇ ਰਾਤ ਦੇ ਡਿਨਰ ਵੇਲੇ ਕੋਈ ਪਾਕਿਸਤਾਨੀ ਜਿਹੜਾ ਪੋਲੀਟੀਸ਼ੀਅਨ, ਕਿਉਂਕਿ ਉੱਥੇ ਵੀ ਕਈ ਵਾਰੀ ਇਸ ਕਿਸਮ ਦੇ ਲੋਕ ਨੇ, ਉਹ ਸਿੱਖਾਂ ਦੇ ਜੋਕ ਸੁਣਾ ਰਿਹਾ ਸੀ ਜੀ, ਔਰ ਉਹ ਖਿੜਖੜਾ ਕੇ ਉਹਨੇ 2 ਵਾਰੀ ਸੁਣਾਇਆ, ਤੀਸਰਾ ਜੋਕ ਸੁਣਾਇਆ ਜੋ ਵੀ ਜੋਕ ਬਣਾਇਆ, ਤੇ ਉਹ ਹੱਸਿਆ ਨਹੀਂ ਅਰਾਫਾਤ ਜਾਂ ਜੋ ਵੀ ਉਹਨਾਂ ਦੇ ਹੋਰ ਸੀ। ਤੇ ਉਹਨੇ ਉਹਨਾਂ ਨੂੰ ਪੁੱਛਿਆ ਕਿ ਬਈ ਕੀ ਗੱਲ ਮਤਲਬ, ਤੇ ਉਹਨੇ ਉਹਨਾਂ ਨੂੰ ਕਿਹਾ ਕਿ ਦੇਖੋ ਜਿਹੜਾ ਤੁਸੀਂ ਜੋਕ ਸੁਣਾ ਰਹੇ ਹੋ ਨਾ, ਇਹ ਸਾਡੇ ਵੀ ਇਲਾਕੇ 'ਚ ਸੁਣਾਏ ਜਾਂਦੇ ਨੇ, ਇਹ ਇਜ਼ਰਾਈਲ ਵਾਲੇ ਸੁਣਾਉਂਦੇ ਨੇ, ਯਹੂਦੀ ਸੁਣਾਉਂਦੇ ਨੇ। ਫਰਕ ਇੰਨਾ ਵੀ ਜਿੱਥੇ ਤੁਸੀਂ ਕਹਿੰਦੇ ਹੋ ਕਿ ਇੱਕ ਸਿੱਖ ਸੀ, ਉਹ ਕਹਿੰਦੇ ਨੇ ਕਿ ਇੱਕ ਬੱਧੂ ਸੀ, ਕਿਉਂਕਿ ਉਹ ਫਲਸਤੀਨੀਆਂ ਨੂੰ ਬੱਧੂ ਕਹਿੰਦੇ ਨੇ ਜੀ, ਕਿ ਵੀ ਜਿਵੇਂ, ਔਰ ਕਹਿੰਦੇ ਜੋਕ ਉਹੀ ਹੈ। ਸੋ ਮੈਂ ਇਹ ਸਮਝਦਾ ਵੀ ਜੋਕ ਅੰਗਰੇਜ਼ਾਂ ਦੇ ਵੇਲੇ ਆਏ ਜਾਂ ਪਹਿਲੇ ਆਏ ਜਾਂ ਅੱਜ ਆਏ, 12 ਵਜੇ ਵਾਲਾ ਆਇਆ ਜਾਂ ਅੱਜ ਥਾਂ ਸਿੱਖਾਂ ਨੂੰ, ਔਰ ਜਿਹੜੀ ਸਭ ਤੋਂ ਬਦਤਰ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ ਕਿ ਜਿਨ੍ਹਾਂ ਦੇ ਜੋਕ ਬਣਾਏ ਜਾ ਰਹੇ ਹੋਣ ਉਹ ਵੀ ਉਹਨੂੰ ਇੰਜੋਏ ਕਰ ਰਹੇ ਹੋਣ, ਔਰ ਫਿਰ ਉਹਨਾਂ ਚੋਂ ਇੱਕ ਹਿੱਸਾ ਖੁਸ਼ਵੰਤ ਸਿੰਘ ਵਰਗਾ ਆ ਜਾਏ ਜਿਹੜਾ ਕਹੇ ਜੀ ਦੇਖੋ ਇਹ ਤਾਂ ਸਿੱਖਾਂ ਦਾ ਆਪਣੇ ਆਪ ਤੇ ਹੱਸ ਸਕਣਾ ਹੈ, ਇਹ ਸਿੱਖਾਂ ਦਾ ਕੌਨਫੀਡੈਂਸ ਸ਼ੋ ਕਰਦਾ ਜੀ। ਲੇਕਿਨ ਜੇ ਤੁਸੀਂ ਦੇਖੋ ਵੀ ਇਹ ਵੀ ਉਸ ਗੁਲਾਮੀ ਔਰ ਜ਼ਿਲਤ ਦੀ ਨਿਸ਼ਾਨੀ ਹੈ ਕਿ ਜਿੱਥੇ ਤੁਹਾਡੇ 'ਚ ਕਰੇਜ ਨਹੀਂ ਹੈ ਕਿ ਵੀ ਤੁਸੀਂ ਚੈਲੰਜ ਕਰ ਸਕੋ ਦੁਸ਼ਮਣ ਨੂੰ ਕਿ ਭਾਈ ਜਿਹੜੀ ਕੌਮ ਨੇ ਤੁਹਾਡੀ 1000 ਸਾਲ ਦੀ ਗੁਲਾਮੀ ਕੱਟਣ ਦੇ ਲਈ ਪੂਰੀ 1 ਸਦੀ ਸੰਘਰਸ਼ ਕੀਤਾ, ਮੁਗਲਾਂ ਨੂੰ ਅਪਰੂਟ ਕੀਤਾ, ਅਫਗਾਨਾਂ ਨੂੰ ਰੋਕਿਆ, ਉਹ ਜਿਹੜੇ ਤੁਹਾਡੇ ਲਈ ਅੱਜ ਫਨੀ ਔਰ ਉਸ ਕਿਸਮ ਦੇ ਸ਼ਰਾਬੀ, ਕਬਾਬੀ
ਔਰ ਉਹ ਜਿਹੜਾ ਪਾਰਟ ਕੋਈ ਟੈਕਸੀ ਡਰਾਈਵਰ ਬਣਾ ਦਿੱਤਾ, ਕੋਈ ਇਕੱਲਾ ਇੱਕ ਚੁਟਕਲਿਆਂ ਤੱਕ ਗੱਲ ਮਹਿਦੂਦ ਨਹੀਂ ਹੈ। ਜੇ ਤੁਸੀਂ ਕਰੈਕਟਰ ਅਸੈਸੀਨੇਸ਼ਨ ਦੇਖੋ ਸਿੱਖਾਂ ਦੀ ਜੀ ਕਿ ਵੀ ਕਿਸ ਹੱਦ ਤੱਕ ਹੋਈ ਹੈ ਔਰ ਹੋ ਰਹੀ ਹੈ ਲਗਾਤਾਰਤਾ ਦੇ ਨਾਲ, ਤਾਂ ਫਿਰ ਸਮਝ ਆਏਗੀ ਕਿ ਇਹ ਉਹਨਾਂ ਦੇ ਹੀ ਲਤੀਫੇ ਬਣਦੇ ਨੇ ਜਿਹੜੇ ਗੁਲਾਮ ਹੁੰਦੇ ਨੇ, ਜਿਹੜੇ ਹੈਲਪਲੈਸ ਹੁੰਦੇ ਨੇ, ਜਿਨ੍ਹਾਂ ਨੂੰ ਤੁਸੀਂ ਜਿਹੜਾ ਉਹਨਾਂ ਦਾ ਥੱਲਾ ਲਾਉਣਾ ਹੁੰਦਾ। ਔਰ ਇਸ ਦਾ ਜਵਾਬ ਹੈ, ਠੀਕ ਹੈ ਸੁਪਰੀਮ ਕੋਰਟ ਪਾਬੰਦੀ ਲਾ ਦੇਗੀ, ਕਿੱਥੇ ਕਿੱਥੇ ਪਾਬੰਦੀ ਲਾਓਗੇ? ਜੀ ਜੀ ਇਨ ਦਾ ਐਂਡ ਆਫ ਦਾ ਡੇ ਜਿਹੜੇ ਲੋਕਾਂ ਦਾ ਮਾਈਂਡ ਸੈਟ ਦੇ ਵਿੱਚ ਵੜਿਆ ਹੋਇਆ ਹੈ, ਜਦੋਂ ਕਿ ਤੁਸੀਂ ਸਿੱਖਾਂ ਨੂੰ ਇੱਕ ਮਸਖਰੇ ਔਰ ਇਸ ਕਿਸਮ ਦੇ ਜਾਲ ਕਿਸਮ ਦੇ ਲੋਕ ਸਾਬਤ ਕਰਨਾ, ਤੇ ਇਹ ਜ਼ਹਿਨੀਅਤ ਹੈ। ਔਰ ਇਹ ਜ਼ਹਿਨੀਅਤ ਇਸ ਕਿਸਮ ਦੀਆਂ ਪਾਬੰਦੀਆਂ ਨਾਲ ਨਹੀਂ ਬਦਲਦੀ। ਸਾਡਾ ਆਪਣਾ ਮੁਲਕ, ਆਪਣੀ ਆਜ਼ਾਦੀ, ਆਪਣਾ ਘਰ, ਆਪਣਾ ਪ੍ਰਾਈਡ। ਫਿਰ ਅੱਜ ਕੋਈ ਅਮਰੀਕਾ 'ਚ ਯਹੂਦੀਆਂ ਦਾ ਚੁਟਕਲਾ ਸੁਣਾ ਕੇ ਦਿਖਾਏ, ਕੋਈ ਐਂਟਾਈ ਸੈਮਿਟਿਜ਼ਮ ਦੀ ਕੋਈ ਗੱਲ ਕਰਕੇ ਦਿਖਾਏ, ਫਿਰ ਦੱਸਣਗੇ ਤੁਹਾਨੂੰ ਕਿ ਵੀ ਕੀ ਹੁੰਦਾ ਹੈ। ਪਰ 3,500 ਸਾਲ ਉਹ ਇਸ ਦਾ ਸ਼ਿਕਾਰ ਹੁੰਦੇ ਰਹੇ। ਔਰ ਉਹ ਵੀ ਜ਼ਮਾਨਾ ਸੀ ਵੀ ਸ਼ੈਕਸਪੀਅਰ ਵਰਗੇ ਨੇ ਜਿਹੜਾ ਹੈ ਉਸਨਾਂ ਦੇ ਉੱਤੇ ਜਦੋਂ ਤੁਸੀਂ ਮਰਚੈਂਟ ਆਫ ਵੀਨਸ ਉਸ ਦਾ ਪੜ੍ਹਦੇ ਹੋ ਤੇ ਉਹਨਾਂ ਨੂੰ ਕਿਵੇਂ ਕੰਜੂਸ ਪ੍ਰੂਵ ਕੀਤਾ ਸੀ। ਕਹਾਣੀ ਇਹ ਸੀ ਪਾਉਂਡ ਆਫ ਫਲੈਸ਼, ਜਿਹੜਾ ਉਹ ਯਹੂਦੀ ਕਿਹਾ ਜਾਂਦਾ ਸੀ ਕਿ ਜਿਊ ਉਹ ਸੀ ਕਿ ਕੰਜੂਸ ਨੇ, ਸਿਰੇ ਦੇ ਜਿਹੜੇ ਨੇ ਇਹ ਲੋਕਾਂ ਦਾ ਖੂਨ ਨਿਚੋੜਨ ਵਾਲੇ ਨੇ। ਸੋ ਅਸੀਂ ਸਮਝਦੇ ਹਾਂ ਵੀ ਜਵਾਬ ਇਹਦਾ ਜਿਹੜਾ ਹੈ ਉਹ ਅਲਟੀਮੇਟਲੀ ਸਾਡੀ ਆਜ਼ਾਦੀ ਹੈ, ਫਰੀडम ਹੈ, ਪ੍ਰਾਈਡ ਜਿਹੜਾ ਹੈ ਉਹ ਆਪਣੇ ਘਰ ਨਾਲ ਹੁੰਦਾ ਹੈ, ਆਪਣੇ ਦੇਸ਼ ਨਾਲ ਹੁੰਦਾ ਹੈ। ਜਦੋਂ ਤੱਕ ਇਵੇਂ ਨਹੀਂ ਹੋਏਗਾ ਅਸੀਂ ਜ਼ਲੀਲ ਵੀ ਹੋਵਾਂਗੇ, ਡਿਸਕ੍ਰਿਮੀਨੇਟ ਵੀ ਹੋਵਾਂਗੇ। ਸਾਡੇ ਬੱਚੇ ਬੱਚੀਆਂ ਵੀ ਸਕੂਲ ਹੋਣ, ਕਾਲਜ ਹੋਣ, ਵਰਕ ਪਲੇਸ ਹੋਣ, ਉਹ ਇਸ ਕਿਸਮ ਦੇ ਜੋਕਸ ਦਾ ਸ਼ਿਕਾਰ ਹੁੰਦੇ ਰਹਿਣਗੇ। ਜੀ ਬਿਲਕੁਲ। ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਲੈਣਾ ਬ੍ਰੇਕ।